ਮੇਰਾ ਵਿਆਹ ਜਦੋਂ ਹੋਇਆ, ਉਸ ਸਮੇਂ ਮੇਰੀ ਉਮਰ ਬਹੁਤ ਘੱਟ ਸੀ। ਮੇਰੇ ਸਹੁਰੇ ਘਰ ਵਿੱਚ ਮੇਰੀ ਸੱਸ, ਨਣਦ ਤੇ ਮੇਰਾ ਘਰਵਾਲਾ ਸੀ। ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸੀ। ਮੇਰਾ ਘਰਵਾਲਾ ਜ਼ਿਆਦਾ ਸਮਾਂ ਘਰ ਤੋਂ ਬਾਹਰ ਹੀ ਰਹਿੰਦਾ ਸੀ। ਮੇਰੀ ਨਣਦ ਹਰ ਸਮੇਂ ਆਪਣੇ ਕਮਰੇ ਵਿੱਚ ਹੀ ਰਹਿੰਦੀ ਸੀ। ਅਜਿਹੇ ਪਿਆਰ ਨੂੰ ਮੈਂ ਕੀ ਕਰਦੀ ਕਿ ਮੈਂ ਉਹਨਾਂ ਨੂੰ ਘਰ ਵਿੱਚ ਵੇਖ ਵੀ ਨਹੀਂ ਪਾਉਂਦੀ ਸੀ। ਉਂਝ ਤਾਂ ਉਹ ਸਾਰੇ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ। ਪਰ ਕੁਝ ਦਿਨਾਂ ਤੋਂ ਮੈਂ ਵੇਖ ਰਹੀ ਸੀ, ਜਦੋਂ ਵੀ ਰੋਟੀ ਖਾਣ ਬੈਠਦੇ ਤਾਂ ਮੇਰਾ ਘਰ ਵਾਲਾ ਬੋਲਦਾ ਨਹੀਂ ਸੀ। ਤੇ ਕਈ ਵਾਰੀ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਕਿ ਆਖਰ ਕੀ ਗੱਲ ਹੈ, ਪਰ ਮੈਨੂੰ ਕੁਝ ਨਾ ਦੱਸਿਆ। ਇੱਕ ਰਾਤ ਦੀ ਗੱਲ ਹੈ, ਮੈਂ ਆਪਣੇ ਕਮਰੇ ਵਿੱਚ ਸੁੱਤੀ ਪਈ ਸੀ। ਮੈਨੂੰ ਉੱਚੀ ਉੱਚੀ ਆਵਾਜ਼ਾਂ ਆ ਰਹੀਆਂ ਸੀ। ਮੈਂ ਬਹੁਤ ਡਰ ਗਈ ਸੀ ਤੇ ਮੈਂ ਕਮਰੇ ਤੋਂ ਬਾਹਰ ਆਈ ਤਾਂ ਵੇਖਿਆ ਆਵਾਜ਼ਾਂ ਮੇਰੀ ਨਣਦ ਦੇ ਕਮਰੇ ਵਿੱਚੋਂ ਆ ਰਹੀਆਂ ਸੀ। ਮੈਂ ਛੇਤੀ ਛੇਤੀ ਉੱਥੇ ਗਈ ਕਿ ਮੇਰੀ ਸੱਸ ਵੀ ਆ ਗਈ ਤੇ ਮੈਨੂੰ ਵੇਖ ਕੇ ਕਹਿਣ ਲੱਗੀ ਕਿ ਤੂੰ ਇੱਥੇ ਕੀ ਕਰ ਰਹੀ ਹੈ। ਮੈਂ ਸੁਣਨ ਦੀ ਕੋਸ਼ਿਸ਼ ਕੀਤੀ। ਮੈਂ ਦੇਖਿਆ ਮੇਰੇ ਘਰ ਵਾਲੇ ਦੀ ਆਵਾਜ਼ ਆ ਰਹੀ ਸੀ। ਪਤਾ ਨਹੀਂ ਕੀ ਮਾਹੌਲ ਸੀ। ਮੈਂ ਬੜੀ ਕੋਸ਼ਿਸ਼ ਕੀਤੀ ਪਰ ਮੇਰੀ ਸੱਸ ਨੇ ਮੈਨੂੰ ਸੁਣਨ ਨਾ ਦਿੱਤਾ ਤੇ ਕਹਿਣ ਲੱਗੀ ਤੇਰੇ ਕੰਮ ਦੀ ਗੱਲ ਨਹੀਂ, ਤੂੰ ਆਪਣੇ ਕਮਰੇ ਵਿੱਚ ਜਾ। ਉਹ ਵੀ ਮੈਨੂੰ ਉਦਾਸ ਲੱਗਦੀ ਸੀ। ਇਦਾਂ ਲੱਗ ਰਿਹਾ ਸੀ ਜਿੱਦਾਂ ਬਹੁਤ ਵੱਡੀ ਗੱਲ ਹੋਵੇ। ਮੈਂ ਪਰੇਸ਼ਾਨ ਹੋ ਗਈ ਤੇ ਆਪਣੇ ਕਮਰੇ ਵਿੱਚ ਆ ਗਈ। ਥੋੜੇ ਚਿਰ ਬਾਅਦ ਮੇਰੀ ਸੱਸ ਵੀ ਚਲੀ ਗਈ ਸੀ। ਘਰ ਦਾ ਮਾਹੌਲ ਬਹੁਤ ਅਜੀਬ ਸੀ। ਜਦੋਂ ਮੈਂ ਸਵੇਰੇ ਉੱਠੀ, ਮੇਰੀ ਸੱਸ ਤੇ ਨਣਦ ਆਪਸ ਵਿੱਚ ਨਹੀਂ ਬੋਲ ਰਹੀਆਂ ਸੀ ਤੇ ਮੇਰੀ ਸੱਸ ਉਸ ਨੂੰ ਘੂਰ-ਘੂਰ ਕੇ ਵੇਖ ਰਹੀ ਸੀ। ਮੇਰੇ ਘਰ ਵਾਲੇ ਨੇ ਅੱਜ ਨਾਸ਼ਤਾ ਵੀ ਆਪਣੇ ਕਮਰੇ ਵਿੱਚ ਕੀਤਾ ਸੀ। ਮੇਰੀ ਸੱਸ ਨੇ ਕਿਹਾ ਸੀ ਕਿ ਮੈਂ ਉਸ ਤੋਂ ਕੁਝ ਨਾ ਪੁੱਛਾਂ ਕਿ ਉਹ ਰਾਤ ਵਾਲੀ ਹਰਕਤ ਕੀ ਸੀ। ਰਾਜ ਨੇ ਅੱਜ ਉਹਨਾਂ ਨਾਲ ਰੋਟੀ ਵੀ ਨਹੀਂ ਖਾਧੀ ਸੀ। ਉਹ ਆਪਣੇ ਕੰਮ ਤੇ ਚਲੇ ਗਏ। ਮੇਰੀ ਸੱਸ ਕਮਰੇ ਵਿੱਚ ਆਈ ਤੇ ਮੇਰੇ ਅੱਗੇ ਹੱਥ ਜੋੜ ਕੇ ਖੜੀ ਹੋ ਗਈ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਮੰਮੀ ਕੀ ਹੋਇਆ ਤਾਂ ਉਸਨੇ ਰੋਂਦੇ ਹੋਏ ਕਿਹਾ ਕਿ ਮੇਰੇ ਨਾਲ ਵਾਅਦਾ ਕਰ, ਕੁਝ ਵੀ ਹੋ ਜਾਵੇ, ਉਹਨਾਂ ਦੀ ਲੜਾਈ ਦੀ ਗੱਲ ਤੂੰ ਕਿਸੇ ਨੂੰ ਨਹੀਂ ਦੱਸੇਂਗੀ। ਮੈਂ ਉਹਨਾਂ ਵੱਲ ਹੈਰਾਨ ਹੋ ਕੇ ਵੇਖ ਰਹੀ ਸੀ। ਇੱਕ ਪਲ ਲਈ ਤਾਂ ਮੈਨੂੰ ਪਾਗਲ ਲੱਗ ਰਹੇ ਸੀ। ਮੈਂ ਉਹਨਾਂ ਨੂੰ ਕਿਹਾ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ? ਮੈਂ ਅਜਿਹਾ ਕੀ ਦੇਖ ਲਿਆ ਜੋ ਮੈਂ ਦੂਜਿਆਂ ਨੂੰ ਦੱਸਾਂਗੀ? ਤੁਸੀਂ ਚਿੰਤਾ ਨਾ ਕਰੋ, ਮੈਂ ਜੋ ਕਰੂੰਗੀ ਬਿਲਕੁਲ ਸਹੀ ਕਰੂੰਗੀ। ਹਾਲੇ ਤੱਕ ਤਾਂ ਮੈਂ ਰਾਜ ਨੂੰ ਵੀ ਨਹੀਂ ਪੁੱਛਿਆ ਸੀ ਕਿ ਰਾਤ ਕੀ ਹੋਇਆ ਸੀ। ਮੇਰੀ ਸੱਸ ਸੰਤੁਸ਼ਟ ਹੋ ਗਈ ਸੀ ਪਰ ਉਹ ਚਿੰਤਾ ਵਿੱਚ ਸੀ। ਸ਼ਾਮ ਤੱਕ ਮੇਰਾ ਘਰ ਵਾਲਾ ਬਹੁਤ ਪਰੇਸ਼ਾਨ ਸੀ। ਮੇਰੀ ਸੱਸ ਬਹੁਤ ਚਿੰਤਾ ਵਿੱਚ ਸੀ। ਘਰ ਵਿੱਚ ਕੋਈ ਵੀ ਆਦਮੀ ਨਹੀਂ ਸੀ, ਬਸ ਮੇਰਾ ਘਰ ਵਾਲਾ ਹੀ ਸੀ। ਉਸ ਦੇ ਆਉਣ ਨਾਲ ਹੀ ਘਰ ਵਿੱਚ ਰੋਟੀ ਬਣਦੀ ਸੀ। ਪਰ ਅੱਜ ਉਸ ਨੂੰ ਬਹੁਤ ਘੰਟੇ ਹੋ ਗਏ। ਸਾਰੇ ਚਿੰਤਾ ਵਿੱਚ ਸੀ। ਮੈਂ ਆਪਣੀ ਸੱਸ ਨੂੰ ਫੋਨ ਕਰਕੇ ਪੁੱਛਣ ਲਈ ਕਿਹਾ, ਪਰ ਮੇਰੀ ਸੱਸ ਨੇ ਗਵਾਂਢ ਵਿੱਚ ਜਾਣ ਤੋਂ ਮਨਾ ਕਰ ਦਿੱਤਾ। ਸਾਡੇ ਘਰ ਵਿੱਚ ਅਸੀਂ ਔਰਤਾਂ ਸੀ, ਅਸੀਂ ਕਿੱਥੇ ਜਾਂਦੀਆਂ? ਫਿਰ ਪਤਾ ਨਹੀਂ ਸੱਸ ਦੇ ਦਿਮਾਗ ਵਿੱਚ ਕੀ ਆਇਆ। ਉਸ ਨੇ ਮੇਰੀ ਨਣਦ ਨੂੰ ਕਮਰੇ ਵਿੱਚ ਬੰਦ ਕਰਕੇ ਬਾਹਰੋਂ ਜਿੰਦਾ ਲਾ ਦਿੱਤਾ ਤੇ ਮੈਨੂੰ ਨਾਲ ਲੈ ਕੇ ਚਲੀ ਗਈ। ਰਾਤ ਦੇ 10 ਵੱਜ ਰਹੇ ਸੀ। ਉਹ ਨਾਲ ਲੱਗਦੇ ਥਾਣੇ ਵਿੱਚ ਗਈ ਤੇ ਅਸੀਂ ਰਿਪੋਰਟ ਲਿਖਵਾਉਣ ਲਈ ਕਿਹਾ। ਮੇਰੀ ਸੱਸ ਨੇ ਮੇਰੇ ਘਰ ਵਾਲੇ ਦੀ ਰਿਪੋਰਟ ਲਿਖਵਾਈ। ਉਹਨਾਂ ਨੂੰ ਸਭ ਕੁਝ ਦੱਸਿਆ। ਉਸ ਪੁਲਿਸ ਵਾਲੇ ਨੇ ਮੇਰੀ ਸੱਸ ਵੱਲ ਧਿਆਨ ਹੀ ਨਾ ਦਿੱਤਾ ਤੇ ਆਪਣੇ ਕੰਮ ਵਿੱਚ ਲੱਗਾ ਰਿਹਾ ਤੇ ਫਿਰ ਕਹਿਣ ਲੱਗਾ ਤੁਸੀਂ ਆਪਣਾ ਆਧਾਰ ਨੰਬਰ ਲਿਖਾ ਦਿਓ ਤੇ ਮੈਂ ਰਿਪੋਰਟ ਦਰਜ ਕਰ ਦਿੰਨਾ। ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਕਿ ਅੱਜ ਤੋਂ ਪਹਿਲਾਂ ਰਿਪੋਰਟ ਲਈ ਕਦੀ ਆਧਾਰ ਕਾਰਡ ਨਹੀਂ ਮੰਗਿਆ। ਉਸ ਨੇ ਮੈਨੂੰ ਕਿਹਾ ਤੁਸੀਂ ਕਿੰਨੀ ਵਾਰੀ ਰਿਪੋਰਟ ਲਿਖਾਈ ਹੈ? ਉਸ ਨੇ ਮੈਨੂੰ ਸ਼ਰਮਿੰਦਾ ਕਰ ਦਿੱਤਾ ਸੀ। ਮੈਂ ਖੜੀ ਹੋ ਗਈ ਸੀ ਤੇ ਆਪਣੀ ਸੱਸ ਨੂੰ ਇਸ਼ਾਰਾ ਕੀਤਾ ਕਿ ਇੱਥੋਂ ਚੱਲਦੇ ਹਾਂ। ਫਿਰ ਉਹ ਥੋੜੀ ਹੌਲੀ ਆਵਾਜ਼ ਵਿੱਚ ਕਹਿਣ ਲੱਗਾ ਕਿ ਮੈਨੂੰ 1000 ਰੁਪਇਆ ਦਿਓ, ਮੈਂ ਤੁਹਾਡੀ FR ਹੁਣੀ ਲਿਖ ਦਿੰਨਾ। ਮੇਰੀ ਸੱਸ ਨੇ ਉਸ ਵੱਲ ਵੇਖਿਆ ਤੇ ਉਸ ਨੂੰ ਪੈਸੇ ਦਿੱਤੇ। ਪੁਲਿਸ ਵਾਲੇ ਨੇ ਪੈਸੇ ਚੁੱਕੇ ਤੇ ਰਿਪੋਰਟ ਲਿਖਣ ਲੱਗਾ। ਸਾਨੂੰ ਨਹੀਂ ਪਤਾ ਸੀ ਉਸ ਨੇ ਕੀ ਲਿਖਿਆ ਸੀ। ਅਸੀਂ ਘਰ ਆ ਗਏ। ਮੈਨੂੰ ਬਹੁਤ ਘਬਰਾਹਟ ਹੋ ਰਹੀ ਸੀ। ਜਿੱਦਾਂ ਹੀ ਅਸੀਂ ਘਰ ਕੋਲ ਪਹੁੰਚੇ, ਚੀਕਾਂ ਦੀ ਆਵਾਜ਼ ਆ ਰਹੀ ਸੀ। ਜਿੱਦਾਂ ਹੀ ਨੇੜੇ ਗਏ, ਉਹ ਆਵਾਜ਼ ਘਰ ਦੇ ਅੰਦਰੋਂ ਸੀ। ਘਰ ਦਾ ਦਰਵਾਜ਼ਾ ਖੁੱਲ੍ਹਿਆ ਤੇ 2 ਆਦਮੀ ਬਾਹਰ ਆਏ, ਜਿਨ੍ਹਾਂ ਨੂੰ ਦੇਖ ਕੇ ਮੈਂ ਡਰ ਗਈ ਸੀ ਕਿ ਪਤਾ ਨਹੀਂ ਮੇਰੀ ਨਣਦ ਨਾਲ ਕੀ ਹੋਇਆ, ਕਿਉਂਕਿ ਉਹ ਘਰ ਵਿੱਚ ਇਕੱਲੀ ਹੀ ਸੀ। ਅਸੀਂ ਰੋਂਦੇ ਰੋਂਦੇ ਗਏ ਤੇ ਵਿਹੜੇ ਵਿੱਚ ਵੇਖਿਆ ਮੇਰਾ ਘਰ ਵਾਲਾ ਜੋ ਗਾਇਬ ਸੀ, ਉਹ ਬੇਜਾਨ ਵਿਹੜੇ ਵਿੱਚ ਪਿਆ ਸੀ। ਉਸ ਦੀ ਧੜਕਣ ਬੰਦ ਸੀ, ਪਰ ਅੱਜ ਉਸ ਦੀ ਧੜਕਣ ਮੈਨੂੰ ਸੁਣ ਹੀ ਨਹੀਂ ਰਹੀ ਸੀ। ਮੇਰੇ ਤੇ ਜਿੱਦਾਂ ਅਸਮਾਨ ਡਿੱਗ ਗਿਆ ਸੀ। ਮੈਂ ਆਪਣੀ ਸੱਸ ਵੱਲ ਵੇਖਿਆ ਤੇ ਕਿਹਾ ਇਹ ਸਭ ਕੁਝ ਤੁਹਾਡੇ ਕਰਕੇ ਹੋਇਆ।
ਉਹਨਾਂ ਨੇ ਮੇਰੇ ਤੋਂ ਸਭ ਕੁਝ ਲੁਕੋਇਆ ਸੀ। ਜੇ ਉਹ ਮੈਨੂੰ ਦੱਸ ਦਿੰਦੇ, ਮੈਂ ਆਪਣੇ ਪੇਕਿਆਂ ਤੋਂ ਮਦਦ ਲੈ ਲੈਂਦੀ, ਜਾਂ ਫਿਰ ਉਸ ਨੂੰ ਕਿਸਨੇ ਮਾਰਿਆ ਸੀ। ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਸੀਂ ਇਹਨਾਂ ਦਾ ਪੋਸਟਮਾਰਟਮ ਕਰਵਾਓ। ਉਸਨੇ ਕਿਹਾ, ਇਹ ਤੇਰਾ ਘਰ ਵਾਲਾ ਬਾਅਦ ਵਿੱਚ, ਮੇਰਾ ਪੁੱਤ ਪਹਿਲਾਂ ਹੈ। ਮੈਂ ਅਜਿਹਾ ਕੁਝ ਨਹੀਂ ਕਰਵਾਉਣਾ। ਉਸਨੇ ਮੈਨੂੰ ਕਿਹਾ, ਜੇ ਤੂੰ ਆਪਣੇ ਘਰ ਵਾਲੇ ਨੂੰ ਪਿਆਰ ਕਰਦੀ ਆ ਤਾਂ ਤੈਨੂੰ ਮੇਰੀ ਸ਼ਰਤ ਮੰਨਣੀ ਪੈਣੀ। ਮੈਂ ਚੁੱਪ ਹੋ ਗਈ ਸੀ। ਇਹ ਸਦਮਾ ਬਹੁਤ ਵੱਡਾ ਸੀ। ਇਹ ਸਦਮੇ ਚੋਂ ਨਿਕਲਣ ਲਈ ਮੈਨੂੰ ਬਹੁਤ ਦਿਨ ਲੱਗ ਗਏ ਸੀ। ਪੂਰਾ 1 ਮਹੀਨਾ ਹੋ ਗਿਆ ਸੀ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ। ਮੇਰੀ ਸੱਸ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ ਜੇ ਤੈਨੂੰ ਮੈਂ ਕੁਝ ਅਜਿਹਾ ਦੇਵਾਂ ਜਿਸ ਤੋਂ ਤੈਨੂੰ ਇਤਰਾਜ਼ ਹੋਵੇ, ਪਰ ਤੂੰ ਉਸ ਨੂੰ ਪਿਆਰ ਨਾਲ ਸਵੀਕਾਰ ਕਰ ਲਵੇਂ, ਕੀ ਤੂੰ ਮੇਰੀ ਗੱਲ ਮੰਨੇਗੀ? ਮੈਂ ਉਹਨਾਂ ਵੱਲ ਹੈਰਾਨੀ ਨਾਲ ਵੇਖਿਆ ਕਿ ਹੁਣ ਕੀ ਹੋ ਗਿਆ ਸੀ। ਮੈਂ ਤਾਂ ਤੁਹਾਡੀ ਹਰ ਗੱਲ ਮੰਨੀ। ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਤੂੰ ਮੇਰੇ ਨਾਲ ਨਾਰਾਜ਼ ਹੈ ਕਿਉਂਕਿ ਤੇਰੇ ਘਰ ਵਾਲੇ ਦੇ ਕਾਤਲ ਫੜੇ ਨਹੀਂ ਗਏ, ਪਰ ਤੂੰ ਮੇਰੀ ਗੱਲ ਮੰਨ ਲੈ। ਜ਼ਿੰਦਗੀ ਭਰ ਮੈਂ ਤੇਰੀ ਕਰਜ਼ਦਾਰ ਰਹੂੰਗੀ ਤੇ ਤੇਰੇ ਦੂਜੇ ਵਿਆਹ ਦਾ ਵੀ ਇੰਤਜ਼ਾਮ ਕਰ ਦੂੰਗੀ। ਮੈਨੂੰ ਬੜਾ ਅਜੀਬ ਲੱਗਿਆ। ਮੈਨੂੰ ਉਹਨਾਂ ਤੋਂ ਨਫ਼ਰਤ ਹੋ ਰਹੀ ਸੀ। ਮੇਰੀ ਸੱਸ ਨੇ ਮੈਨੂੰ ਕਿਹਾ ਕਿ ਤੈਨੂੰ ਇੱਕ ਬੱਚਾ ਚਾਹੀਦਾ ਹੈ ਜਿਸ ਦੇ ਸਹਾਰੇ ਤੂੰ ਜ਼ਿੰਦਗੀ ਕੱਟ ਸਕੇ ਤੇ ਤੂੰ ਦੂਜਾ ਵਿਆਹ ਵੀ ਨਾ ਕਰੀਂ, ਤੇ ਮੈਂ ਤੇਰਾ ਤੇ ਉਸ ਬੱਚੇ ਦਾ ਸਾਥ ਕਦੇ ਨਹੀਂ ਛੱਡੂੰਗੀ। ਤੂੰ ਉਸ ਬੱਚੇ ਨੂੰ ਅਪਣਾ ਲੈ। ਮੈਂ ਚੁੱਪ ਸੀ। ਉਸਨੇ ਮੈਨੂੰ ਇੱਕ ਕੱਪੜਾ ਦਿੱਤਾ ਜਿਸ ਵਿੱਚ ਉਹ ਬੱਚਾ ਲਪੇਟਿਆ ਹੋਇਆ ਸੀ ਤੇ ਮੁਸਕਰਾ ਰਿਹਾ ਸੀ। ਮੇਰਾ ਦਿਲ ਪਿਘਲ ਗਿਆ ਸੀ। ਮੈਂ ਹੱਸ ਕੇ ਕਿਹਾ ਕਿ ਮੰਮੀ, ਇਸ ਵਿੱਚ ਇਤਰਾਜ਼ ਵਾਲੀ ਕਿਹੜੀ ਗੱਲ ਹੈ? ਮੈਂ ਸਾਰਾ ਦਿਨ ਇਸ ਨਾਲ ਖੇਲ ਸਕਦੀ ਹਾਂ। ਮੇਰੀ ਸੱਸ ਹੱਸ ਪਈ ਤੇ ਕਹਿਣ ਲੱਗੀ, ਬਸ ਮੈਨੂੰ ਇਹੀ ਚਾਹੀਦਾ ਸੀ। ਤੂੰ ਇਸ ਦੀ ਪਰਵਰਿਸ਼ ਕਰ, ਫਿਰ ਭਾਵੇਂ ਦੂਜਾ ਵਿਆਹ ਕਰੀ ਨਾ ਕਰੀ, ਤੂੰ ਸਾਡੇ ਕੋਲ ਰਹਿ। ਤੈਨੂੰ ਉਹ ਆਪਣੇ ਘਰ ਬੁਲਾਉਣਗੇ, ਤੂੰ ਤਾਂ ਵੀ ਨਾ ਜਾਈਂ। ਤੇ ਮੈਨੂੰ ਉਸ ਦੀ ਗੱਲ ਸਮਝ ਆ ਗਈ ਸੀ। ਉਸਨੇ ਕਿਹਾ, ਤੂੰ ਇਸ ਨੂੰ ਆਪਣੇ ਘਰ ਵਾਲੇ ਦਾ ਬੱਚਾ ਸਮਝ। ਇਹ ਗੱਲ ਮੈਨੂੰ ਬੜੀ ਅਜੀਬ ਲੱਗੀ ਕਿ ਉਸਨੇ ਇਦਾਂ ਕਿਉਂ ਕਿਹਾ ਸੀ। ਮੇਰੀ ਸੱਸ ਨੇ ਕਿਹਾ, ਤੂੰ ਚੁੱਪ ਰਹੇਂਗੀ ਤਾਂ ਮੈਂ ਤੇਰਾ ਸਾਥ ਦਊਂਗੀ, ਪਰ ਮੈਂ ਤੈਨੂੰ ਸੱਚ ਨਹੀਂ ਦੱਸਣਾ ਚਾਹੁੰਦੀ। ਜੇ ਮੈਂ ਤੈਨੂੰ ਸੱਚ ਦੱਸਿਆ ਤੂੰ ਉਦਾਸ ਹੋ ਜਾਣਾ ਹੈ। ਮੈਂ ਸੋਚਾਂ ਵਿੱਚ ਗੁੰਮ ਗਈ ਸੀ ਤੇ ਬੱਚੇ ਨੂੰ ਬੈੱਡ ਵਿੱਚ ਪਾ ਦਿੱਤਾ। ਮੇਰੀ ਸੱਸ ਉਸ ਲਈ ਰਸੋਈ ਵਿੱਚ ਦੁੱਧ ਲੈਣ ਗਈ। ਇੰਨੇ ਵਿੱਚ ਮੇਰੀ ਨਣਦ ਆ ਗਈ ਸੀ। ਮੈਂ ਉਸ ਨੂੰ ਪਰੇਸ਼ਾਨ ਵੇਖ ਕੇ ਪੁੱਛਿਆ, ਕੀ ਤੂੰ ਮੇਰੇ ਨਾਲ ਨਾਰਾਜ਼ ਹੈ? ਕੀ ਤੂੰ ਮੈਨੂੰ ਪਿਆਰ ਨਹੀਂ ਕਰਦੀ? ਤੂੰ ਮੇਰੇ ਲਈ ਅਜਨਬੀ ਕਿਉਂ ਹੋ ਗਈ ਹੈ? ਉਸ ਨੇ ਸੁਣ ਕੇ ਮੇਰੇ ਵੱਲ ਵੇਖਿਆ। ਉਸ ਦੀ ਅੱਖਾਂ ਵਿੱਚ ਹੰਝੂ ਸੀ। ਉਸ ਨੇ ਕਿਹਾ, ਭਾਬੀ, ਮੇਰਾ ਤੁਹਾਡੇ ਨਾਲ ਕੋਈ ਸ਼ਿਕਵਾ ਨਹੀਂ। ਮੈਂ ਤੁਹਾਡੇ ਨਾਲ ਕੁਝ ਗੱਲ ਕਰਨਾ ਚਾਹੁੰਦੀ ਹਾਂ। ਤੁਹਾਨੂੰ ਸੱਚ ਦੱਸਣਾ ਚਾਹੁੰਦੀ ਹਾਂ, ਪਰ ਮੈਂ ਤੁਹਾਨੂੰ ਨਹੀਂ ਦੱਸ ਸਕਦੀ। ਉਸ ਦਿਨ ਸਾਡੇ ਦੋਨਾਂ ਵਿੱਚ ਜੋ ਹੋਇਆ ਸੀ ਤੇ ਉਹਨਾਂ ਦੀ ਮੌਤ ਕਿੱਦਾਂ ਹੋਈ। ਉਸ ਨੇ ਮੈਨੂੰ ਕਿਹਾ ਕਿ ਜਿਸ ਦਿਨ ਮਾਂ ਘਰ ਨਹੀਂ ਹੋਊਗੀ, ਮੈਂ ਤੁਹਾਨੂੰ ਉਸ ਦਿਨ ਸਭ ਕੁਝ ਦੱਸਾਂਗੀ। ਮੈਂ ਸੋਚਦੀ ਰਹਿੰਦੀ ਸੀ ਕਿ ਕਿਸ ਨੂੰ ਪੁੱਛਾਂ। ਇਦਾਂ ਹੀ ਸਮਾਂ ਬੀਤਿਆ। ਬੱਚਾ ਵੱਡਾ ਹੋ ਰਿਹਾ। ਮੇਰੇ ਪੇਕੇ ਘੱਟ ਹੀ ਆਉਂਦੇ ਸੀ, ਇਸ ਲਈ ਉਹਨਾਂ ਨੇ ਕੋਈ ਸਵਾਲ ਹੀ ਨਾ ਕੀਤਾ। ਆਂਢ ਗੁਆਂਢ ਖੁਸ਼ ਸੀ। ਮੇਰੀ ਜ਼ਿੰਦਗੀ ਥੋੜ੍ਹੀ ਸੰਤੁਸ਼ਟ ਹੋ ਗਈ ਸੀ, ਪਰ ਨਣਦ ਦਾ ਸੁਭਾਅ ਅਜੀਬ ਸੀ। ਕੁਝ ਦਿਨ ਬਾਅਦ ਉਸ ਲਈ ਰਿਸ਼ਤਾ ਆਇਆ। ਮੇਰੀ ਸੱਸ ਨੇ ਹਾਂ ਕਰ ਦਿੱਤੀ। ਉਹ ਬਹੁਤ ਰੋਈ ਸੀ। ਉਸ ਨੂੰ ਦੇਖ ਕੇ ਮੈਨੂੰ ਵੀ ਰੋਣਾ ਆ ਰਿਹਾ ਸੀ, ਜਦੋਂ ਕਿ ਮੈਂ ਆਪਣੇ ਵਿਆਹ 'ਤੇ ਵੀ ਇੰਨਾ ਨਹੀਂ ਰੋਈ ਸੀ, ਜਦੋਂ ਕਿ ਮੈਂ ਕਿਸੇ ਹੋਰ ਨੂੰ ਪਸੰਦ ਕਰਦੀ ਸੀ। ਪਰ ਪਤਾ ਨਹੀਂ ਉਹ ਕਿਉਂ ਇੰਨਾ ਰੋ ਰਹੀ ਸੀ। ਇਹਨਾਂ ਤੋਂ ਆਪਣੇ ਭਰਾ ਦੇ ਜਾਣ 'ਤੇ ਵੀ ਨਹੀਂ ਰੋਈ ਸੀ। ਉਸ ਦੀ ਵਿਦਾਈ ਤੋਂ ਬਾਅਦ ਮੇਰੀ ਸੱਸ ਨੇ ਕਿਹਾ ਕਿ ਅੱਜ ਮੇਰਾ ਬੋਝ ਹਲਕਾ ਹੋ ਗਿਆ। ਮੈਂ ਉਸ ਨੂੰ ਪੁੱਛਿਆ ਕਿ ਇਸ ਬੱਚੇ ਦੀ ਮਾਂ ਕੌਣ ਹੈ, ਤਾਂ ਉਸਨੇ ਮੈਨੂੰ ਕਿਹਾ ਕਿ ਤੂੰ ਇਹਨਾਂ ਸਭ ਗੱਲਾਂ ਵੱਲ ਧਿਆਨ ਨਾ ਦੇ। ਜੇ ਮੈਂ ਤੈਨੂੰ ਸੱਚ ਦੱਸ ਦਿੱਤਾ ਤਾਂ ਤੇਰੇ ਤੋਂ ਬਰਦਾਸ਼ਤ ਨਹੀਂ ਹੋਣਾ। ਇੱਕ ਦਿਨ ਮੇਰੀ ਸੱਸ ਨੂੰ ਇੱਕ ਔਰਤ ਮਿਲਣ ਲਈ ਆਈ। ਉਸ ਦੀ ਸ਼ਕਲ ਵੇਖ ਕੇ ਬੜਾ ਅਜੀਬ ਲੱਗਿਆ। ਉਹ ਭੜਕੀਲੇ ਕੱਪੜਿਆਂ ਵਿੱਚ ਸੀ, ਜਿੱਦਾਂ ਕਿਸੇ ਹੋਰ ਹੀ ਦੁਨੀਆ ਤੋਂ ਆਈ ਹੋਵੇ। ਤੁਸੀਂ ਸਮਝ ਗਏ ਹੋਣੇ ਕਿ ਉਸ ਦਾ ਸੰਬੰਧ ਕਿਸ ਘਰ ਤੋਂ ਸੀ। ਮੈਂ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਵੇਖਿਆ ਕਿ ਉਸ ਨੇ ਗੱਡੀ ਨੂੰ ਇਸ਼ਾਰਾ ਕੀਤਾ ਤੇ ਮੈਂ ਵੀ ਉਸ ਦੇ ਪਿੱਛੇ ਆਟੋ ਵਿੱਚ ਜਾ ਰਹੀ ਸੀ। ਰਿਕਸ਼ੇ ਵਾਲੇ ਨੇ ਉਸ ਗਲੀ ਵਿੱਚ ਜਾਣ ਤੋਂ ਮਨਾ ਕਰ ਦਿੱਤਾ ਕਿ ਉਹ ਗਲੀ ਬਦਨਾਮ ਹੈ, ਕਿ ਤੁਸੀਂ ਕਿਸੇ ਚੰਗੇ ਘਰ ਦੇ ਹੋ, ਤੁਸੀਂ ਉੱਥੇ ਜਾ ਕੇ ਕੀ ਕਰਨਾ। ਉਸ ਨੇ ਕਿਹਾ, ਮਹੱਲਾ ਬੇਸਵਾਵਾਂ ਦਾ ਹੈ, ਇੱਥੇ ਪੁਲਿਸ ਆਉਂਦੀ ਜਾਂਦੀ ਹੈ। ਮੈਂ ਸੁਣ ਕੇ ਚੁੱਪ ਹੋ ਗਈ ਸੀ, ਪਰ ਮੈਂ ਜਾਣਾ ਚਾਹੁੰਦੀ ਸੀ। ਉਹ ਔਰਤ ਇੱਕ ਘਰ ਵਿੱਚ ਪਹੁੰਚੀ ਜੋ ਕਿ ਬਹੁਤ ਹੀ ਸੋਹਣਾ ਸੀ। ਇਹ ਸਭ ਵੇਖ ਕੇ ਮੈਂ ਵਾਪਸ ਆ ਗਈ ਸੀ। ਮੇਰੀ ਸੱਸ ਪਰੇਸ਼ਾਨ ਸੀ ਕਿ ਬੱਚਾ ਕਦੋਂ ਦਾ ਰੋ ਰਿਹਾ ਹੈ, ਤੂੰ ਕਿੱਥੇ ਚਲੀ ਗਈ ਸੀ? ਮੈਂ ਉਸ ਨੂੰ ਕਿਹਾ, ਮੈਂ ਸੱਚ ਦੀ ਭਾਲ ਵਿੱਚ ਗਈ ਸੀ। ਮੈਂ ਜਾਣਨਾ ਚਾਹੁੰਦੀ ਹਾਂ ਇਸ ਦੀ ਮਾਂ ਕੌਣ ਹੈ ਤੇ ਤੁਹਾਨੂੰ ਕੌਣ ਮਿਲਣ ਆਇਆ ਸੀ। ਉਹ ਮੇਰੇ ਅੱਗੇ ਹੱਥ ਜੋੜ ਕੇ ਖੜੀ ਹੋ ਗਈ
ਕਿ ਮੇਰੀ ਗੱਲ ਮੰਨ ਲੈ, ਤੂੰ ਸੱਚ ਜਾਣਨ ਦੀ ਗੱਲ ਛੱਡ ਦੇ। ਮੈਂ ਉਸ ਨੂੰ ਕਿਹਾ ਕਿ ਮੈਂ ਜਾਣਨਾ ਚਾਹੁੰਦੀ ਹਾਂ, ਆਖਰ ਕੀ ਗੱਲ ਹੈ। ਉਸ ਨੇ ਕਿਹਾ ਕਿ ਜਿਸ ਦਿਨ ਮੇਰੀ ਧੀ ਤੇ ਤੇਰੇ ਘਰਵਾਲੇ ਵਿੱਚ ਕਮਰੇ ਵਿੱਚ ਬਹਿਸ ਹੋ ਰਹੀ ਸੀ, ਕੁਝ ਦਿਨ ਪਹਿਲਾਂ ਦੋਨੋਂ ਭੈਣ ਭਰਾ ਲੜ ਰਹੇ ਸੀ ਤੇ ਮੈਨੂੰ ਵੇਖ ਕੇ ਚੁੱਪ ਹੋ ਜਾਂਦੇ ਸੀ। ਇੱਕ ਦਿਨ ਮੈਂ ਤੇਰੀ ਨਣਦ ਨੂੰ ਪੁੱਛ ਲਿੱਤਾ ਤਾਂ ਉਸਨੇ ਦੱਸਿਆ ਕਿ ਉਹ ਕਿਸੇ ਮੁੰਡੇ ਨੂੰ ਪਸੰਦ ਕਰਦੀ ਹੈ, ਪਰ ਉਹ ਮੁੰਡਾ ਇਸ ਘਰ ਵਿੱਚ ਰਿਸ਼ਤਾ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਤੇਰੇ ਘਰਵਾਲੇ ਦਾ ਚਰਿੱਤਰ ਸਹੀ ਨਹੀਂ ਸੀ। ਉਹ ਰਾਤ ਨੂੰ ਹਮੇਸ਼ਾ ਕੋਠੇ ਤੇ ਜਾਂਦਾ ਸੀ ਤੇ ਇੱਕ ਔਰਤ ਦੇ ਨਾਲ ਪਿਆਰ ਕਰਦਾ ਸੀ। ਇਹ ਸਾਰੀਆਂ ਗੱਲਾਂ ਉਸ ਮੁੰਡੇ ਨੂੰ ਪਤਾ ਸੀ। ਤੇਰੀ ਨਣਦ ਕਹਿੰਦੀ ਸੀ ਕਿ ਦੱਸੋ ਮੇਰਾ ਵਿਆਹ ਕਿੱਦਾਂ ਹੋਊਗਾ। ਇਹ ਸੁਣ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਸੀ ਕਿ ਰਾਜ ਕੋਠੇ ਤੇ ਜਾਂਦਾ ਸੀ। ਮੈਨੂੰ ਉਸ ਤੋਂ ਨਫ਼ਰਤ ਹੋ ਗਈ ਸੀ। ਮੇਰੀ ਸੱਸ ਨੇ ਕਿਹਾ ਕਿ ਉੱਥੇ ਰਾਜ ਜਦੋਂ ਜਾਂਦਾ ਸੀ ਉਹ ਗੱਲ ਸਾਰੇ ਮੁੰਡੇ ਨੂੰ ਪਤਾ ਸੀ। ਉਹ ਉੱਥੇ ਰਹਿਣ ਲੱਗਾ ਸੀ ਤੇ ਉਹਨਾਂ ਦਾ ਇੱਕ ਬੱਚਾ ਵੀ ਪੈਦਾ ਹੋ ਗਿਆ ਸੀ। ਉਹਨਾਂ ਲੋਕਾਂ ਨੇ ਹੀ ਰਾਜ ਦੀ ਜਾਨ ਲੈ ਲਈ। ਇਹ ਗੱਲ ਮੁੰਡੇ ਵਾਲਿਆਂ ਨੂੰ ਪਤਾ ਸੀ, ਇਸ ਲਈ ਉਹਨਾਂ ਨੇ ਰਿਸ਼ਤੇ ਤੋਂ ਨਾ ਕਰ ਦਿੱਤੀ, ਜਿਸ ਕਰਕੇ ਰੇਖਾ ਦਾ ਵਿਆਹ ਹੁਣ ਮੈਂ ਜਿਸ ਮੁੰਡੇ ਨਾਲ ਕੀਤਾ ਹੈ, ਭਾਵੇਂ ਉਸ ਨੂੰ ਪਿਆਰ ਨਹੀਂ ਕਰਦੀ, ਪਰ ਉਹ ਬਹੁਤ ਚੰਗਾ ਇਨਸਾਨ ਹੈ ਤੇ ਮੇਰੀ ਸੱਸ ਨੂੰ